ਵਿਦਿਆਰਥੀਓ, ਆਓ ਸੰਖੇਪ ਦੇ ਵਿੱਚ ਅੱਜ ਸ਼ਬਦ ਜੋੜ ਅਤੇ ਸ਼ਬਦਾਵਲੀ ਬਾਰੇ ਕੁਝ ਗੱਲਾਂ ਕਰੀਏ। ਇਹਦੇ ਨਾਲ ਮੈਂ ਤੁਹਾਨੂੰ ਲਹਿੰਦਾ ਪੰਜਾਬ ਜਿਹੜਾ ਸਾਡਾ ਪਾਕਿਸਤਾਨੀ ਪੰਜਾਬ ਹੈ ਉਹਦੇ ਸ਼ਬਦ ਭੰਡਾਰ ਦੇ ਨਾਲ ਵੀ ਥੋੜ੍ਹੀ ਜਿਹੀ ਜਾਣ ਪਛਾਣ ਕਰਾਉਣੀ ਚਾਹੁੰਦਾ। ਦੂਜਾ, ਗੁਰਮੁਖੀ ਲਿਪੀ ਸੰਬੰਧੀ ਆਪਾਂ ਵਿਸ਼ੇਸ਼ ਜਾਣਕਾਰੀ ਅਲੱਗ-ਅਲੱਗ ਕਲਾਸਾਂ ਵਿੱਚ ਪਹਿਲਾਂ ਵੀ ਸਾਂਝੀ ਕਰਦੇ ਰਹੇ ਹਾਂ, ਉਹਦੇ ਉੱਤੇ ਇੱਕ ਛੋਟੀ ਜਿਹੀ ਝਾਤ ਜ਼ਰੂਰ ਆਪਾਂ ਪਾਵਾਂਗੇ। ਉਸ ਤੋਂ ਅੱਗੇ ਚੱਲਾਂਗੇ ਸ਼ਬਦ ਜੋੜਾਂ ਦੀਆਂ ਆਮ ਗਲਤੀਆਂ, ਜੋ ਵਿਦਿਆਰਥੀ ਆਮ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਗਲਤੀਆਂ ਕਰਦੇ ਨੇ ਸ਼ਬਦ ਜੋੜਦਿਆਂ, ਉਹ ਤੁਹਾਡੇ ਨਾਲ ਡਿਸਕਸ ਕਰੂੰਗਾ। ਫਿਰ ਉਚਾਰਨ ਦੀਆਂ ਆਮ ਅਣਗਹਿਲੀਆਂ, ਜਦੋਂ ਅਸੀਂ ਕਿਸੇ ਚੀਜ਼ ਨੂੰ ਉਚਾਰਦੇ ਹਾਂ ਤਾਂ ਬਹੁਤ ਸਾਰੀਆਂ ਅਣਗਹਿਲੀਆਂ ਸਾਤੋਂ ਹੋ ਜਾਂਦੀਆਂ ਨੇ, ਟੀਚਰਸ ਤੋਂ ਵੀ ਹੋ ਜਾਂਦੀਆਂ ਨੇ, ਬੱਚਿਆਂ ਤੋਂ ਵੀ ਹੋ ਜਾਂਦੀਆਂ ਨੇ, ਔਰ ਵੱਡਿਆਂ ਤੋਂ ਵੀ, ਸਭ ਤੋਂ ਹੋ ਜਾਂਦੀਆਂ ਨੇ। ਇਨਸਾਨ ਗਲਤੀਆਂ ਦਾ ਪੁਤਲਾ ਕਿਹਾ ਜਾਂਦਾ। ਈਵਨ ਹੁਣ ਤਾਂ ਆਕਾਸ਼ਵਾਣੀ ਜਲੰਧਰ ਨੂੰ ਜਦੋਂ ਅਸੀਂ ਮੰਨਦੇ ਸੀ ਕਿ ਸਭ ਤੋਂ ਜ਼ਿਆਦਾ ਵਧੀਆ ਮਿਆਰੀ ਉਚਾਰਨ ਆਕਾਸ਼ਵਾਣੀ ਜਲੰਧਰ ਅਤੇ ਦੂਰਦਰਸ਼ਨ ਜਲੰਧਰ ਦਾ ਹੁੰਦਾ ਸੀ, ਲੇਕਿਨ ਹੁਣ ਜਿਹੜੇ ਉੱਥੇ ਕਮਰਸ਼ੀਅਲ ਪ੍ਰੋਗਰਾਮ ਆਉਂਦੇ ਆ ਉਹਨਾਂ ਦੇ ਵਿੱਚ ਵੀ ਸਾਨੂੰ ਕੈਪਸ਼ਨਾਂ ਵੀ ਗਲਤ ਲਿਖੀਆਂ ਨਜ਼ਰ ਆਉਂਦੀਆਂ ਨੇ ਅਤੇ ਉਚਾਰਨ ਦੀਆਂ ਗਲਤੀਆਂ ਵੀ ਬਹੁਤ ਮਿਲਦੀਆਂ ਨੇ। ਸੋ ਉਚਾਰਨ ਦੀਆਂ ਆਮ ਜਿਹੜੀਆਂ ਅਣਗਹਿਲੀਆਂ ਨੇ ਉਹਨਾਂ 'ਤੇ ਅਸੀਂ ਝਾਤ ਮਾਰਾਂਗੇ। ਤੁਸੀਂ ਵੀ ਲੱਭਿਓ ਕੁਛ, ਮੈਂ ਵੀ ਲੱਭੀਆਂ ਨੇ। ਅਤੇ ਫਿਰ ਲਹਿੰਦੇ ਪੰਜਾਬ ਦੀ ਜਿਹੜੀ ਸ਼ਬਦਾਵਲੀ ਹੈ ਉਹਦੇ ਕੁਝ ਪ੍ਰਮੁੱਖ ਸ਼ਬਦ ਜਿਹੜੇ ਆ ਉਹਨਾਂ ਬਾਰੇ ਵੀ ਆਪਾਂ ਵਿਚਾਰ ਚਰਚਾ ਕਰਾਂਗੇ। ਸੋ ਜਿਹੜੀ ਗੁਰਮੁਖੀ ਬਾਰੇ ਅਸੀਂ ਛੋਟੀ ਜਿਹੀ ਵਿਚਾਰ ਚਰਚਾ ਕਰਨੀ ਹੈ ਤਾਂ ਕਿ ਪੁਰਾਣੀ ਜਿਹੜੀ ਗੱਲ ਕੀਤੀ ਉਹ ਸਾਨੂੰ ਯਾਦ ਰਹੇ। ਤਾਂ ਉਹ ਇਹ ਹੈ ਕਿ ਗੁਰਮੁਖੀ ਜਿਹੜੀ ਵਰਨਮਾਲਾ ਹੈ ਉਹਦੇ ਵਿੱਚ ਕੁੱਲ ਮੂਲ ਅੱਖਰ ਜਿਹੜੇ ਆ ਉਹ 35 ਹੈ ਅਤੇ 6 ਨਵੇਂ ਪੈ ਕੇ ਕੁੱਲ 41 ਅੱਖਰ ਸਾਡੀ ਗੁਰਮੁਖੀ ਵਰਨਮਾਲਾ ਦਾ ਸ਼ਿੰਗਾਰ ਨੇ। ਊੜੇ ਤੋਂ ਹਾਹੇ ਤੱਕ ਮੂਲ ਵਰਗ, ਉਸ ਤੋਂ ਬਾਅਦ ਕਵਰਗ, ਚਵਰਗ, ਟਵਰਗ, ਤਵਰਗ, ਪਵਰਗ, ਯਈਏ ਤੋਂ ਲੈ ਕੇ ਡਾੜੇ ਤੱਕ ਅੰਤਿਮ ਵਰਗ, ਅਤੇ ਫਿਰ ਸੱਸੇ ਪੈਰ ਬਿੰਦੀ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਨਵੀਨ ਵਰਗ। ਇਹਨਾਂ ਨੂੰ ਅਸੀਂ ਇਹਨਾਂ ਦੀ ਇਸ ਤਰੀਕੇ ਨਾਲ ਵੰਡ ਕੀਤੀ ਹੈ। ਸਾਡੀਆਂ ਜਿਹੜੀਆਂ ਵਿਸ਼ੇਸ਼ ਧੁਨੀਆਂ ਨੇ ਉਹ ਪੀਲੇ ਰੰਗ ਵਿੱਚ ਦਿਖਾਈਆਂ ਗਈਆਂ ਨੇ। ਘੱਗਾ, ਝੱਜਾ, ਢੱਡਾ, ਧੱਦਾ, ਭੱਬਾ, ਅਤੇ ਆਮ ਤੌਰ 'ਤੇ ਕਵਰਗ ਤੋਂ ਲੈ ਕੇ ਪਵਰਗ ਤੱਕ ਚੌਥੇ ਨੰਬਰ 'ਤੇ ਆਉਂਦੀਆਂ ਨੇ। ਨੀਵੀਂ ਸੁਰ ਲੱਗੀ ਹੁੰਦੀ ਹੈ ਇਹਨਾਂ ਨਾਲ। ਔਰ ਜਿਹੜੇ ਸਾਡੇ ਅਨੁਨਾਸਿਕ ਵਿਅੰਜਨ ਨੇ ਉਹ 5 ਨੇ, ਚਿੱਟੇ ਰੰਗ ਵਿੱਚ ਦਰਸਾਏ ਗਏ ਨੇ। ঞ, ঞ, ਣ, ਨ, ਮ। ਠੀਕ ਹੈ ਜੀ। ਊੜਾ, ਆੜਾ, ਈੜੀ ਸਾਡੇ 3 ਸਵਰਵਾਹਕ ਨੇ। ਯਈਆ ਅਤੇ ਵਾਵਾ ਸਾਡੇ ਅਰਧ ਸਵਰ ਨੇ 2। ਹਾਹਾ ਸਾਡੀ ਸੁਰ ਯੰਤਰੀ ਹੈ। ਸੋ ਇਹ ਛੋਟਾ ਜਿਹਾ ਇੱਕ ਗ੍ਰਾਫ ਹੈ, ਜਾਣਕਾਰੀ ਦਾ ਛੋਟਾ ਜਿਹਾ ਖਜ਼ਾਨਾ ਹੈ ਤੁਹਾਡੇ ਲਈ। ਤੁਸੀਂ ਗੁਰਮੁਖੀ ਲਿਪੀ ਬਾਰੇ ਥੋੜ੍ਹਾ ਬਹੁਤ ਇਹਦੇ ਰਾਹੀਂ ਜਾਣ ਗਏ ਹੋਵੋਗੇ। ਇਸ ਤੋਂ ਇਲਾਵਾ ਪਹਿਲੇ ਲੈਕਚਰ ਵਿੱਚ ਇਹ ਗੱਲਾਂ ਤੁਹਾਡੇ ਨਾਲ ਗੁਰਮੁਖੀ ਲਿਪੀ ਬਾਰੇ ਡਿਸਕਸ ਕੀਤੀਆਂ ਜਾ ਚੁੱਕੀਆਂ ਨੇ, ਸੋ ਇਹਦੇ 'ਤੇ ਮੈਂ ਜ਼ਿਆਦਾ ਜ਼ੋਰ ਨਹੀਂ ਦੇਵਾਂਗਾ। ਜਿਹੜਾ ਸਾਡਾ ਅੱਜ ਦਾ ਦੂਜਾ ਮੇਨ ਟੌਪਿਕ ਹੈ ਉਹ ਹੈ ਪੰਜਾਬੀ ਸ਼ਬਦਾਵਲੀ, ਸ਼ੁੱਧ ਅਤੇ ਅਸ਼ੁੱਧ। ਲਿਖਣ ਵੇਲੇ ਕੰਪਿਊਟਰਾਈਜ਼ਡ ਸਿਸਟਮ ਦੇ ਵਿੱਚ ਕੈਪਸ਼ਨ ਬਣਾਉਂਦੇ ਵੇਲੇ ਮੇਰੇ ਤੋਂ ਵੀ ਕੁਝ ਗਲਤੀਆਂ ਹੋਈਆਂ ਹੋਣਗੀਆਂ, ਸੋ ਉਹ ਤੁਸੀਂ ਜ਼ਰੂਰ ਲੱਭਿਓ ਅਤੇ ਮੈਨੂੰ ਉਹਦੇ ਬਾਰੇ ਦੱਸਿਓ। ਅਸੀਂ ਸ਼ਬਦ ਵਰਤਦੇ ਹਾਂ, ਸ਼ੁੱਧ ਹੈ ਉਚਾਰਨ, ਅਤੇ ਬਹੁਤੇ ਬੰਦੇ ਕਹਿੰਦੇ ਆ ਆਚਾਰਨ। ਔਰਤ ਨੂੰ ਅੱਜ ਕੱਲ੍ਹ ਬਹੁਤੇ ਬੱਚੇ ਔਰਤ ਲਿਖਦੇ ਆ। ਸਮਝ ਨੂੰ ਬਹੁਤ ਸਾਰੇ ਬੱਚੇ ਸਮਝ ਕਹਿ ਦਿੰਦੇ ਆ। ਸਹੁਰੇ ਨੂੰ ਬਹੁਤੇ ਸੋਹਰੇ ਕਹਿ ਕੇ ਬੁਲਾਉਂਦੇ ਆ। ਅਤੇ ਆਹ ਜਿਹੜਾ ਅਗਲਾ ਸ਼ਬਦ ਹੈ ਸਤਿ ਸ੍ਰੀ ਅਕਾਲ, ਇਹਨੂੰ ਅਸੀਂ ਆਮ ਤੌਰ 'ਤੇ ਸ਼ਾਰਟ ਫਾਰਮ 'ਚ ਸਤਿ ਸ਼੍ਰੀ ਅਕਾਲ ਹੀ ਕਹਿ ਰਹੇ ਹਾਂ। ਸ਼ਖਸੀਅਤ ਦੀ ਜਗ੍ਹਾ ਅਸੀਂ ਸ਼ਖਸੀਅਤ ਕਹਿ ਦਿੰਦੇ ਹਾਂ। ਹੁਣ ਦੇਖੋ ਬਿੰਦੀਆਂ ਨੇ ਪਹਿਲੇ ਸੱਸੇ ਪੈਰ, ਫਿਰ ਖੱਖੇ ਪੈਰ, ਫਿਰ ਸੱਸੇ ਨੂੰ ਕੋਈ ਬਿੰਦੀ ਨਹੀਂ, ਲੇਕਿਨ ਜਦੋਂ ਅਸੀਂ ਅਸ਼ੁੱਧ ਬੋਲਦੇ ਹਾਂ ਤਾਂ ਸ਼ਖਸੀਅਤ ਕਹਿ ਦਿੰਦੇ ਹਾਂ। ਸਿੱਖਿਆ ਪੰਜਾਬੀ ਦਾ ਸ਼ਬਦ ਹੈ, ਅਸੀਂ ਉਹਨੂੰ ਕਾਹਲੀ ਦੇ ਵਿੱਚ ਸ਼ਿਕਸ਼ਾ ਹੀ ਕਹਿ ਦਿੰਦੇ ਹਾਂ, ਜਾਂ ਕਿਸੇ ਪ੍ਰਭਾਵ ਦੇ ਵਿੱਚ ਸ਼ਿਕਸ਼ਾ ਕਹਿ ਦਿੰਦੇ ਹਾਂ। ਸਾਹਿਤ ਨੂੰ ਬਹੁਤੀ ਵਾਰੀ ਸਾਹਿਤ ਕਹਿ ਦਿੱਤਾ ਜਾਂਦਾ ਹੈ। ਅਤੇ ਲੜਕੀਆਂ ਆਪਣੇ ਨਾਮ ਨਾਲ ਜਦੋਂ ਕੌਰ ਲਿਖਦੀਆਂ ਨੇ ਤਾਂ ਬਹੁਤੀ ਵਾਰੀ ਕੋਰ ਲਿਖ ਦਿੰਦੀਆਂ ਨੇ, ਕੌਰ ਨਹੀਂ ਲਿਖਦੀਆਂ। ਕਨੌੜੇ ਦਾ ਉਚਾਰਨ ਬਹੁਤ ਬੱਚੇ ਘੱਟ ਕਰ ਰਹੇ ਨੇ ਅੱਜ ਕੱਲ੍ਹ। ਇੱਕ ਆਹ ਸ਼ਬਦ ਬਹੁਤ ਗਲਤ ਵਰਤਿਆ ਜਾ ਰਿਹਾ ਅੱਜ ਕੱਲ੍ਹ ਮੁੰਡੇ ਕੁੜੀਆਂ ਦੁਆਰਾ, ਕੱਖ ਨਹੀਂ। ਸ਼ਬਦ ਕੱਖ ਨਹੀਂ ਹੈ, ਵੀ ਇਸ ਚੀਜ਼ ਦੇ ਵਿੱਚ ਕੱਖ ਨਹੀਂ ਰੱਖਿਆ, ਅਤੇ ਲੋਕ ਉਹਨੂੰ ਕੁੱਖ ਨਹੀਂ ਕਹੀ ਜਾਂਦੇ ਆ। ਇਹ ਬਹੁਤ ਬਹੁਤ ਧਿਆਨ ਮੰਗਦਾ, ਤੁਹਾਡੀ ਗੱਲ ਇੱਧਰ ਧਿਆਨ ਲਾਓ।
ਕੱਖ ਨਹੀਂ ਸ਼ਬਦ ਸਹੀ ਹੈ, ਕੁੱਖ ਨਹੀਂ ਸ਼ਬਦ ਜਿਹੜਾ ਹੈ ਉਹਦੇ ਹੋਰ ਮੀਨਿੰਗ ਨੇ। ਕਹਿੰਦਾ ਸ਼ਬਦ ਨੂੰ ਲੋਕ ਕਹੀਂਦਾ ਕਹੀ ਜਾਂਦੇ ਨੇ, ਅਤੇ ਇੱਕ ਆਹ ਗਲਤੀ ਤਕਰੀਬਨ 95% ਜਿਹੜੀ ਹੈ ਉਹ ਈਵਨ ਪੜ੍ਹੇ ਲਿਖੇ ਵੀ ਕਰ ਰਹੇ ਨੇ। ਕਿਉਂਕਿ ਨੂੰ ਕਿਉਂਕਿ ਕੁਝ TV ਚੈਨਲਾਂ ਦਾ ਪ੍ਰਭਾਵ ਹੈ, ਕੁਝ ਬੋਲਣ ਦਾ ਅੰਦਾਜ਼ ਇੱਦਾਂ ਦਾ, ਕੁਝ ਸ਼ਹਿਰੀ ਭਾਸ਼ਾ ਦਾ ਪ੍ਰਭਾਵ ਹੈ। ਕਿਉਂਕਿ ਨੂੰ ਕਿਉਂਕਿ, ਕਾਨੂੰਨ ਨੂੰ ਕਾਨੂੰਨ। ਫਿਰ ਜਿਹੜਾ ਕਰਜ਼ਾ ਹੁੰਦਾ ਉਹਨੂੰ ਲੋਕ ਕਰਜ਼ਾ ਕਹਿੰਦੇ ਆ। ਇੱਕ ਆਹ ਲਹਿੰਦੇ ਪੰਜਾਬ ਨਾਲ ਸੰਬੰਧਿਤ ਸ਼ਬਦ ਹੈ ਖਤੋ ਕਿਤਾਬਤ, ਅਤੇ ਲੋਕ ਇਹਨੂੰ ਖਤੋ ਖਿਤਾਬਤ, ਈਵਨ ਬਹੁਤ ਸਾਰੇ ਲੇਖਕ ਵੀ ਖਤੋ ਖਿਤਾਬਤ ਲਿਖ ਦਿੰਦੇ ਆ। ਇਹ ਸ਼ਬਦ ਖਤੋ ਕਿਤਾਬਤ ਹੈ। ਗਜ਼ਲ, ਇਹ ਦੇਖੋ ਗੱਗੇ ਪੈਰ ਬਿੰਦੀ ਹੈ, ਇੱਕ ਹੁੰਦਾ ਗ, ਜੇ ਬਿੰਦੀ ਲੱਗ ਜੇ ਤਾਂ ਆਵਾਜ਼ ਆਉਂਦੀ ਆ ਗ, ਸੌਫਟ ਹੋ ਜਾਂਦੀ ਆ। ਹੁਣ ਬਹੁਤੇ ਲੋਕ ਗਜ਼ਲ ਕਹਿੰਦੇ ਆ। 99% ਲੋਕ ਗਜ਼ਲ ਨਹੀਂ ਬੋਲ ਸਕਦੇ, ਕਾਰਨ ਜੱਜੇ ਪੈਰ ਬਿੰਦੀ 'ਚ ਜ਼ ਤਾਂ ਬੋਲ ਲੈਂਦੇ ਆ, ਪਰ ਗੱਗੇ ਪੈਰ ਬਿੰਦੀ ਨਹੀਂ ਬੋਲਣੀ ਆਉਂਦੀ। ਸ਼ਬਦ ਹੈ ਗਜ਼ਲ। ਅਸੀਂ ਕਹਿੰਦੇ ਹਾਂ ਗਜ਼ਲ ਜਾਂ ਕਹਿ ਦਿੰਦੇ ਹਾਂ ਗਜ਼ਲ, ਲੇਕਿਨ ਗਜ਼ਲ ਨਹੀਂ ਕਹਿੰਦੇ। ਗ ਨੂੰ ਬਹੁਤ ਸੌਫਟ ਕਰਨਾ ਪੈਂਦਾ, ਅਸੀਂ ਨਹੀਂ ਕਰ ਸਕ ਰਹੇ। ਕੋਸ਼ਿਸ਼ ਕਰੋ, ਸਿੱਖੋਗੇ। ਜ਼ਿਆਦਾ ਨੂੰ ਬੱਚੇ ਜ਼ਿਆਦਾ ਕਹਿ ਦਿੰਦੇ ਆ। ਜ਼ਿਕਰ ਸ਼ਬਦ ਸਹੀ ਹੈ, ਕਈ ਜ਼ਿਕਰ ਕਹਿ ਦਿੰਦੇ ਆ। ਚੱਲ ਰਿਹਾ ਨੂੰ ਚੱਲਦਾ ਪਿਆ ਕਹੀ ਜਾਂਦੇ ਹਾਂ ਅਸੀਂ, ਵੀ ਨਾਲੇ ਚੱਲ ਰਿਹਾ ਨਾਲੇ ਪਿਆ ਹੈ। ਅਤੇ ਜਿਹੜਾ ਪਿਆ ਹੈ ਉਹ ਕਿਵੇਂ ਚੱਲ ਰਿਹਾ, ਥੋੜ੍ਹਾ ਸੋਚਣ ਵਾਲੀ ਗੱਲ ਹੈ। ਚੱਲਦਾ ਪਿਆ, ਚੱਲ ਰਿਹਾ ਨੂੰ ਚੱਲਦਾ ਪਿਆ। ਅਤੇ ਅੱਜ ਕੱਲ੍ਹ ਡਿਸਕਾਊਂਟ ਮਿਲਦਾ ਜਗ੍ਹਾ ਜਗ੍ਹਾ 'ਤੇ, ਕਈ ਵਾਰੀ ਸੇਲ ਲੱਗੀ ਹੁੰਦੀ ਹੈ, ਉੱਤੇ ਲਿਖਿਆ ਹੁੰਦਾ ਭਾਰੀ ਛੂਟ। ਛੂਟ ਨਹੀਂ ਹੈ, ਪੰਜਾਬੀ 'ਚ ਅਸੀਂ ਛੋਟ ਲਿਖਦੇ ਹਾਂ। ਛੂਟ ਸ਼ਬਦ ਪਤਾ ਨਹੀਂ ਕਿੱਥੋਂ ਆ ਗਿਆ, ਕਿਉਂ ਵਰਤਿਆ ਜਾਂਦਾ, ਸੋਚਣ ਦੀ ਲੋੜ ਹੈ। ਸਾਡਾ ਸ਼ਬਦ ਛੋਟ ਹੈ, ਛੂਟ ਨਹੀਂ। ਅੱਗੇ ਤਰੇਲ, ਉਹਨੂੰ ਅਸੀਂ ਤੱਤਾ ਅਤੇ ਰਾਰੇ ਨੂੰ ਲਾਂ ਪਾ ਕੇ ਤਰੇਲ ਕਹਿ ਦਿੰਦੇ ਹਾਂ। 10ਵੀਂ, ਉਹਨੂੰ ਅਸੀਂ 10ਵੀਂ ਕਹਿੰਦੇ ਹਾਂ। ਪੜ੍ਹਾਈ ਨੂੰ ਡਾੜੇ ਪੈਰ ਹਾਹਾ ਨਹੀਂ ਪਾਉਂਦੇ, ਪੜ੍ਹਾਈ ਸਿੱਧਾ ਲਿਖ ਦਿੰਦੇ ਹਾਂ। ਚੰਡੀਗੜ੍ਹ ਦੇ ਵੀ ਡਾੜੇ ਪੈਰ ਹਾਹਾ ਨਹੀਂ ਪਾਉਂਦੇ, ਚੰਡੀਗੜ੍ਹ ਹੀ ਲਿਖ ਦਿੰਦੇ ਹਾਂ। ਪਿਆਰ ਨੂੰ ਅਸੀਂ ਪੱਪੇ ਨੂੰ ਸਿਹਾਰੀ ਆੜੇ ਕੰਨਾ ਰਾਰਾ ਨਹੀਂ ਪਾਉਂਦੇ, ਪੱਪਾ ਜਈਏ ਕੰਨਾ ਰਾਰਾ ਪਾਉਂਦੇ ਹਾਂ। ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਵਿੱਚ ਵੀ ਪਿਆਰ ਸ਼ਬਦ ਇਸੇ ਤਰ੍ਹਾਂ ਆਇਆ, ਲੇਕਿਨ ਉਹ ਕਾਵਿ ਭਾਸ਼ਾ ਹੈ। ਜਦੋਂ ਅਸੀਂ ਆਮ ਤੌਰ 'ਤੇ ਸ਼ੁੱਧ ਲਿਖਦੇ ਹਾਂ ਤਾਂ ਇਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ। ਦਵਾਈਆਂ ਅਤੇ ਦਵਾਇਆਂ, ਦੇਖੋ ਕਿੰਨੀਆਂ ਦਵਾਈਆਂ ਦੀਆਂ ਦੁਕਾਨਾਂ ਨੇ, ਉਹਨਾਂ 'ਤੇ ਦਵਾਈਆਂ ਦੀ ਥਾਂ 'ਤੇ ਦਵਾਇਆਂ ਲਿਖਿਆ ਹੁੰਦਾ। ਮੈਂ ਤਾਂ ਕਈ ਵਾਰੀ ਹੱਸਦਾ ਹੁੰਦਾ ਵਿਦਿਆਰਥੀਆਂ ਨਾਲ, ਵੀ ਪਤਾ ਨਹੀਂ ਉਹ ਤਾਂ ਹੀ ਨਹੀਂ ਅਸਰ ਕਰਦੀਆਂ ਕਿ ਉਹਨਾਂ ਦੇ ਨਾਂ ਹੀ ਗਲਤ ਲਿਖੇ ਹੁੰਦੇ ਨੇ। ਸੋ ਦਵਾਈਆਂ ਸ਼ਬਦ ਸਹੀ ਹੈ, ਦਵਾਇਆਂ ਸ਼ਬਦ ਸਹੀ ਨਹੀਂ। ਅਸੀਂ ਬਹੁਤੀ ਵਾਰੀ ਪੰਜਾਬੀ 'ਚ ਰੁੱਖ ਦੀ ਥਾਂ 'ਤੇ ਹੁਣ ਪੇੜ ਕਹੀ ਜਾਂਦੇ ਹਾਂ। ਕੋਈ ਵੀ ਭਾਸ਼ਾ ਦਾ ਸ਼ਬਦ ਸਾਡੇ ਵਿੱਚ ਆਵੇ, ਕੋਈ ਮਾੜੀ ਗੱਲ ਨਹੀਂ, ਪਰ ਜੋ ਸਾਡੇ ਕੋਲ ਆਪਣੇ ਕੋਲ ਪਹਿਲਾਂ ਹੀ ਸ਼ਬਦ ਵਧੀਆ ਹੈਗਾ ਅਤੇ ਅਸੀਂ ਉਹਨੂੰ ਕਿਉਂ ਵਿਸਾਰੀਏ। ਸੋ ਰੁੱਖ ਸ਼ਬਦ ਹੈ, ਪੇੜ ਸ਼ਬਦ ਹੈਗਾ, ਲੇਕਿਨ ਉਹ ਸਾਡੀ ਭਾਸ਼ਾ ਦਾ ਨਹੀਂ। ਪੰਛੀ ਨੂੰ ਲੋਕ ਪਕਸ਼ੀ ਕਹਿ ਦਿੰਦੇ ਨੇ। ਜਿਹੜਾ ਵਰਣਨ ਸ਼ਬਦ ਹੈ ਨਾ, ਇਹ ਵਰਣ ਤੋਂ ਬਾਅਦ ਅੱਗੇ ਨੰਨਾ ਲੱਗਦਾ, ਵਰਣਨ, ਅਤੇ ਅਸੀਂ ਲਿਖਣ ਲੱਗੇ ਕੀ ਗਲਤੀ ਕਰਦੇ ਹਾਂ, ਵਰਣਨ। ਵਾਤਾਵਰਣ ਨੂੰ ਅਸੀਂ ਪਰਿਆਵਰਣ ਕਹੀ ਜਾਂਦੇ ਹਾਂ। ਬਹੁਤ ਸਾਰੇ ਵਿਦਿਆਰਥੀ ਵਾਤਾਵਰਣ ਨੂੰ ਪਰਿਆਵਰਣ ਕਹਿਣ ਲੱਗੇ ਨੇ। ਠੀਕ ਹੈ, ਇੱਕ ਭਾਸ਼ਾ 'ਚ ਕਿਹਾ ਜਾਂਦਾ ਹੈ, ਲੇਕਿਨ ਸਾਡੇ ਕੋਲ ਵਾਤਾਵਰਣ ਸ਼ਬਦ ਹੈਗਾ, ਅਤੇ ਅਸੀਂ ਫਿਰ ਉਹ ਸ਼ਬਦ ਨੂੰ ਵੀ ਜਿਉਂਦਾ ਰੱਖੀਏ। ਬਹੁਤ ਨੂੰ ਬਹੁਤ, 12ਵੀਂ ਨੂੰ 12ਵੀਂ, ਤਾਂਕੇ ਨੂੰ ਤਾਂਕੀ। ਆ ਜਿਹੜੀ ਸਿਹਾਰੀ ਹੈ ਨਾ ਕੱਕੇ ਨੂੰ, ਅਤੇ ਵਿਹਾਰੀ ਹੈ ਜਿਹੜੀ ਕੱਕੇ ਨੂੰ, ਇਹ ਬੜੀ ਸਮੱਸਿਆ ਖੜੀ ਕਰ ਰਹੀ ਹੈ ਅੱਜ ਕੱਲ੍ਹ ਬੱਚਿਆਂ ਵਾਸਤੇ। ਵਿਆਕਰਣ ਨੂੰ ਵਿਆਕਰਨ। ਦੋਸ਼ ਨੂੰ ਆਰੋਪ ਕਹੀ ਜਾਂਦੇ ਹਾਂ ਅਸੀਂ, ਕਿਸੇ 'ਤੇ ਦੋਸ਼ ਲੱਗਿਆ ਅਸੀਂ ਕਹਿੰਦੇ ਹਾਂ ਜੀ ਮੈਂ ਉਹ 'ਤੇ ਆਰੋਪ ਲਾਤਾ। ਤਾਂ ਆਰੋਪ ਜਿਹੜਾ ਹੈ ਉਹ ਪੰਜਾਬੀ ਦੇ ਵਿੱਚ, ਸ਼ੁੱਧ ਪੰਜਾਬੀ ਦੇ ਵਿੱਚ ਕਈ ਵਾਰੀ ਓਪਰਾ ਜਿਹਾ ਪ੍ਰਤੀਤ ਹੁੰਦਾ। ਆਸ਼ੀਰਵਾਦ ਨੂੰ ਆਸ਼ੀਰਵਾਦ, ਆਹ ਬਹੁਤ ਜ਼ਿਆਦਾ ਗਲਤੀ ਕਰਦੇ ਆ ਬੱਚੇ। ਆਸ਼ੀਰਵਾਦ ਸ਼ਬਦ ਜਿਹੜਾ ਹੈ ਉਹਨੂੰ ਆਸ਼ੀਰਵਾਦ ਕਹਿੰਦੇ ਆ। ਇਹ ਤਕਰੀਬਨ 90% ਵਿਦਿਆਰਥੀਆਂ ਕੋਲੋਂ ਮੈਂ ਸ਼ਬਦ ਜਦੋਂ ਸੁਣਦਾ ਅਤੇ ਉਦੋਂ ਗਲਤ ਸੁਣਨ ਨੂੰ ਮਿਲਦਾ। ਰੱਖਿਆ ਨੂੰ ਰਕਸ਼ਾ, ਪ੍ਰੀਖਿਆ ਨੂੰ ਪ੍ਰੀਖਿਆ। ਖੱਖੇ ਦੇ ਉੱਤੇ ਸਿਹਾਰੀ ਠੀਕ ਪਾਉਂਦੇ ਆ, ਲੇਕਿਨ ਆੜੇ ਨੂੰ ਕੰਨਾ ਲਾ ਕੇ ਉੱਤੇ ਬਿੰਦੀ ਪਾ ਦਿੰਦੇ ਆ, ਅਤੇ ਉਹ ਪ੍ਰੀਖਿਆ ਬਣ ਜਾਂਦੀ ਹੈ। ਪੇਜ ਨੂੰ ਪੇਜ ਕਹਿ ਦਿੰਦੇ ਆ, ਜਦ ਕਿ ਉੱਥੇ ਜ਼ੈਡ ਨਹੀਂ ਆ, ਜੀ ਹੈ, ਅਤੇ ਜੀ ਨੇ ਜ਼ੈਡ ਦੀ ਆਵਾਜ਼ ਨਹੀਂ ਕੱਢਣੀ, ਜੇ ਅੰਗਰੇਜ਼ੀ ਦੇ ਸ਼ਬਦ ਦੀ ਵੀ ਆਪਾਂ ਗੱਲ ਕਰੀਏ। ਰਾਖਵਾਂਕਰਨ ਨੂੰ ਆਰਕਸ਼ਣ ਕਹਿ ਦਿੰਦੇ ਆ। ਅਤੇ ਆਹ ਜਿਹੜਾ ਸ਼ਬਦ ਹੈ ਨਾ, ਜਿਹੜਾ ਵਜ਼ੀਫਾ, ਇਹਨੂੰ ਬਹੁਤ ਸਾਰੇ ਬੱਚੇ ਮਜੀਫਾ ਕਹਿੰਦੇ ਆ ਜਾਂ ਅਜੀਫਾ ਕਹਿੰਦੇ ਆ।
ਤੇ ਜਦੋਂ ਉਹ ਆਪਣੀ ਕੋਈ ਅਰਜ਼ੀ ਲਿਖਦੇ ਆ ਜਿਹਦੇ ਵਿੱਚ ਉਹ ਕੋਈ ਸਕਾਲਰਸ਼ਿਪ ਲੈਣ ਦੀ ਗੱਲ ਕਰਦੇ ਆ ਤਾਂ ਉਹ ਮਜੀਫਾ ਜਾਂ ਅਜੀਫਾ ਲਿਖਦੇ ਆ, ਵਜ਼ੀਫਾ ਨਹੀਂ ਲਿਖਦੇ। ਇਹਨੂੰ ਧਿਆਨ ਨਾਲ ਨੋਟ ਕਰ ਲਓ। ਵਿਦਿਆਰਥੀਓ, ਜਿਸ ਤਰ੍ਹਾਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਮੈਂ ਕੁਝ ਲਹਿੰਦੇ ਪੰਜਾਬ ਦੀ ਜਿਹੜੀ ਸ਼ਬਦਾਵਲੀ ਹੈ, ਜਿਹੜੀ ਅਸੀਂ ਆਮ ਇੱਧਰ ਸਾਹਿਤ ਵਿੱਚ ਪੜ੍ਹਦੇ ਹਾਂ, ਉਹਦੇ ਨਾਲ ਤੁਹਾਡੀ ਜਾਣ ਪਛਾਣ ਕਰਾਉਣੀ ਚਾਹੁੰਦਾ ਸੀ। ਸੋ ਆਓ ਸਾਡੇ ਲਹਿੰਦੇ ਪੰਜਾਬ ਦੀ ਜਿਹੜੀ ਬਹੁਤ ਖੂਬਸੂਰਤ ਸ਼ਬਦਾਵਲੀ ਹੈ ਉਹਦੇ ਨਾਲ ਵੀ ਥੋੜ੍ਹੀ ਜਿਹੀ ਸਾਂਝ ਪਾਈਏ। ਕਈ ਵਾਰੀ ਤੁਸੀਂ ਸਾਹਿਤ ਪੜ੍ਹਦੇ ਹੋ, ਬਹੁਤ ਸਾਰੇ ਲਹਿੰਦੇ ਪੰਜਾਬ ਦੇ ਸਾਹਿਤਕਾਰਾਂ ਦਾ ਸਾਹਿਤ ਤੁਹਾਡੇ ਟੈਕਸਟ ਵਿੱਚ ਲੱਗਿਆ, ਸਿਲੇਬਸ ਵਿੱਚ ਲੱਗਿਆ, ਅਤੇ ਤੁਸੀਂ ਜਦੋਂ ਪੜ੍ਹਦੇ ਹੋ ਤੁਹਾਨੂੰ ਸ਼ਬਦ ਸਮਝ ਨਹੀਂ ਆਉਂਦੇ। ਕੁਝ ਮੈਂ ਇੱਦਾਂ ਦੇ ਸ਼ਬਦ ਕੱਢੇ ਨੇ, ਸੁਣੋ। ਉਮਦਾ, ਉਮਦਾ ਦਾ ਮਤਲਬ ਹੈ ਸ਼ਾਨਦਾਰ। ਨਿਹਾਇਤ, ਨਿਹਾਇਤ ਦਾ ਮਤਲਬ ਹੈ ਬਹੁਤ। ਇਜ਼ਹਾਰ, ਇਜ਼ਹਾਰ ਦਾ ਮਤਲਬ ਹੈ ਪ੍ਰਗਟਾ। ਖਿਦਮਤ, ਖਿਦਮਤ ਦਾ ਮਤਲਬ ਹੈ ਸੇਵਾ। ਖਿਜ਼ਾ, ਪਤਝੜ। ਫਿਜ਼ਾ, ਮੌਸਮ। ਖਾਰ, ਕੰਡਾ। ਹੁਣ ਖਾਰ ਦੇ ਵਿੱਚ ਖੱਖੇ ਪੈਰ ਬਿੰਦੀ ਬੋਲਣੀ ਹੈ, ਮੈਂ ਖਾਰ ਨਹੀਂ ਕਿਹਾ, ਖਾਰ ਕਿਹਾ, ਉਹ ਕੰਡਾ ਹੈ। ਹਿਜਰ, ਵਿਛੋੜਾ। ਵਸਲ, ਮਿਲਾਪ। ਹਯਾਤੀ, ਦੁਨੀਆ। ਮਾਰਫਤ, ਰਾਹੀਂ, ਵੀ ਤੁਸੀਂ ਕਿਹਦੇ ਮਾਰਫਤ ਮਿਲ ਰਹੇ ਹੋ, ਕਿਹਦੇ ਰਾਹੀਂ ਮਿਲ ਰਹੇ ਹੋ। ਹਕੀਕਤ, ਸੱਚ। ਅਹਿਮ, ਪ੍ਰਮੁੱਖ। ਆਗਾਜ਼, ਆਰੰਭ। ਆਗਾਜ਼ ਸ਼ਬਦ ਵੀ ਬਹੁਤ ਲੋਕਾਂ ਨੂੰ ਉਚਾਰਨ ਕਰਨ ਲੱਗਿਆਂ ਪ੍ਰੋਬਲਮ ਆਉਂਦੀ ਹੈ, ਸਮੱਸਿਆ ਆਉਂਦੀ ਹੈ, ਕਿਉਂਕਿ ਉਹ ਆਗਾਜ਼ ਕਹਿ ਦਿੰਦੇ ਆ। ਕਈ ਤਾਂ ਆਗਾਜ਼ ਹੀ ਕਹਿੰਦੇ ਆ, ਜਿਹੜੇ ਥੋੜ੍ਹਾ ਬਿਹਤਰ ਬੋਲਦੇ ਆ ਉਹ ਆਗਾਜ਼ ਕਹਿ ਦਿੰਦੇ ਆ, ਪਰ ਆਗਾਜ਼ ਗ ਦੀ ਆਵਾਜ਼ ਜਿਹੜੀ ਆ ਉਹ ਬਹੁਤ ਘੱਟ ਲੋਕਾਂ ਦੇ ਉਚਾਰਨ ਦਾ ਹਿੱਸਾ ਹੁੰਦੀ ਆ। ਪਰ ਤੁਸੀਂ ਕੋਸ਼ਿਸ਼ ਕਰਿਓ, ਤੁਸੀਂ ਇਹ ਕੋਸ਼ਿਸ਼ ਕਰ ਸਕਦੇ ਹੋ। ਅੱਗੇ ਹੈ ਜੀ ਅਹਿਦ। ਅਹਿਦ ਦਾ ਮਤਲਬ ਹੈ ਪ੍ਰਣ। ਆਓ ਅਹਿਦ ਕਰੀਏ, ਆਓ ਪ੍ਰਣ ਕਰੀਏ। ਇਖਤਿਤਾਮ, ਅੰਤ। ਲਿਆਕਤ, ਸੂਝ। ਫਜ਼ਲ, ਮਿਹਰ। ਮੁਲਵਿਜ਼, ਸ਼ਾਮਿਲ। ਮਲਾਮਤ, ਸ਼ਿਕਾਇਤ। ਅਦਬ, ਅਸੀਂ ਸਾਹਿਤ ਨੂੰ ਅਦਬ ਕਹਿ ਦਿੰਦੇ ਹਾਂ ਲਹਿੰਦੇ ਪੰਜਾਬ ਵਿੱਚ। ਇਨਾਇਤ, ਮਿਹਰਬਾਨੀ। ਤੁਹਾਡੀ ਬੜੀ ਇਨਾਇਤ ਹੈ ਜੀ, ਤੁਹਾਡੀ ਬੜੀ ਮਿਹਰਬਾਨੀ ਹੈ। ਇਲਾਹੀ, ਰੱਬੀ, ਕੁਦਰਤੀ। ਇਜਾਜ਼ਤ, ਬਿੰਦੀ ਦੇਖੋ ਕਿੱਥੇ ਹੈ, ਇਜਾਜ਼ਤ ਦਾ ਮਤਲਬ ਹੈ ਆਗਿਆ। ਵਕਾਰ, ਵਕਾਰ ਦਾ ਮਤਲਬ ਹੁੰਦਾ ਇੱਜ਼ਤ। ਅਸੀਂ ਕਈ ਵਾਰੀ ਵਿਕਾਰ ਅਤੇ ਵਕਾਰ 'ਚ ਗਲਤੀ ਖਾ ਜਾਂਦੇ ਹਾਂ। ਵਿਕਾਰ, ਬੁਰਾਈ, ਸਾਡੇ 'ਚ ਕੋਈ ਵਿਸ਼ੇ ਵਿਕਾਰ ਆ ਗਏ, ਠੀਕ ਹੈ, ਇਹ ਵਕਾਰ ਹੈ, ਇੱਜ਼ਤ। ਤਲਬ, ਤਲਬ ਹੁੰਦਾ ਜੋ ਇੱਛਾ ਸਾਡੇ ਅੰਦਰ ਪੈਦਾ ਹੁੰਦੀ ਹੈ। ਆਲਮ, ਦੁਨੀਆ। ਅਕਲੀਅਤ, ਅਕਲੀਅਤ ਨੂੰ ਕਈ ਅਕਲ ਨਾਲ ਜੋੜ ਲੈਂਦੇ ਆ, ਅਕਲੀਅਤ ਦਾ ਮਤਲਬ ਹੈ ਘੱਟ ਗਿਣਤੀ। ਤਸਬੀਹ, ਤੁਸੀਂ ਸੂਫੀ ਕਾਵਿ ਪੜ੍ਹਦੇ ਹੋ, ਉੱਥੇ ਤੁਹਾਨੂੰ ਇੱਦਾਂ ਦੀ ਸ਼ਬਦਾਵਲੀ ਬੜੀ ਮਿਲਦੀ ਹੈ। ਤਸਬੀਹ ਦਾ ਮਤਲਬ ਹੈ ਮਾਲਾ। ਅਤੇ ਤਖੱਲਸ, ਤਖੱਲਸ ਕੀ ਹੈ, ਉਪਨਾਮ। ਤੁਹਾਡਾ ਕੋਈ ਉਪਨਾਂ ਰੱਖਿਆ ਹੁੰਦਾ ਨਾ, ਉਹਨੂੰ ਤਖੱਲਸ ਕਹਿੰਦੇ ਹਾਂ ਅਸੀਂ। ਰਵਾਂ ਤਬਸਰਾ, ਕਮੈਂਟਰੀ। ਕੁਨਬਾ ਪਰਵਰੀ, ਪਰਿਵਾਰਵਾਦ। ਪਾਕੀਜ਼ਾ, ਪਵਿੱਤਰ। ਜ਼ਲਜ਼ਲਾ, ਭੁਚਾਲ। ਜ਼ਲੀਲ, ਬੇਇੱਜ਼ਤ। ਜ਼ਖੀਰਾ, ਭੰਡਾਰ। ਜ਼ਾਇਕਾ, ਇਹ ਪ੍ਰੋਗਰਾਮ ਵੀ ਆਉਂਦਾ TV 'ਤੇ, ਇਹਦਾ ਮਤਲਬ ਸਵਾਦ। ਜ਼ਾਵੀਆ, ਨਜ਼ਰੀਆ। ਮੁਖਾਤਿਬ, ਸੰਬੋਧਿਤ। ਕਿਹਨੂੰ ਮੁਖਾਤਿਬ ਹੈ, ਕਿਹਨੂੰ ਸੰਬੋਧਿਤ ਹੈ। ਮਹਿਰੂਮ ਅਤੇ ਮਰਹੂਮ 'ਚ ਬੜਾ ਫਰਕ ਹੈ। ਮਹਿਰੂਮ, ਵਾਂਝਾ। ਮਰਹੂਮ, ਮ੍ਰਿਤ, ਜਿਹੜਾ ਮਰ ਗਿਆ। ਮਹਿਦੂਦ, ਸੀਮਤ। ਗਿਜ਼ਾ, ਖੁਰਾਕ। ਮੁਸ਼ਤਰਕਾ, ਇਹ ਬੜਾ ਪਿੰਡਾਂ 'ਚ ਚੱਲਦਾ ਸ਼ਬਦ, ਅਦਾਲਤਾਂ 'ਚ ਵੀ ਚੱਲਦਾ। ਮੁਸ਼ਤਰਕਾ ਖਾਤਾ। ਮੁਸ਼ਤਰਕਾ, ਸਾਂਝਾ। ਅਰਮਾਨ, ਖਵਾਹਿਸ਼। ਆਬਰੂ, ਇੱਜ਼ਤ। ਸੋ ਇਹ ਜਿਹੜੇ ਸ਼ਬਦ ਨੇ ਇਹਨਾਂ ਨੂੰ ਮੈਂ ਉਚਾਰਨ ਦੀ ਵੀ ਸਹੀ ਕੋਸ਼ਿਸ਼ ਕੀਤੀ ਹੈ। ਮੈਂ ਇਹ ਗੱਲ ਕਹਿੰਦਾ 100% ਕੋਈ ਵੀ ਸਹੀ ਨਹੀਂ ਹੁੰਦਾ। ਸੋ ਜਿੱਥੇ ਕਿਤੇ ਮੇਰੀ ਗਲਤੀ ਹੈ ਉਹ ਜ਼ਰੂਰ ਮੈਨੂੰ ਪੁਆਇੰਟ ਆਊਟ ਕਰਿਓ, ਨੁਕਤਾ ਉਠਾਇਓ। ਸੋ ਇਹ ਸੀ ਅੱਜ ਦਾ ਸਾਡਾ ਟੌਪਿਕ, ਜਿਹਦੇ 'ਚ ਅਸੀਂ ਕਾਫੀ ਕੁਝ ਜਾਣਨ ਦੀ ਕੋਸ਼ਿਸ਼ ਕੀਤੀ। ਅੱਜ ਅਸੀਂ ਸਿੱਖਿਆ ਸ਼ਬਦ ਜੋੜ ਅਤੇ ਸ਼ਬਦਾਵਲੀ, ਲਹਿੰਦੇ ਪੰਜਾਬ ਦਾ ਸ਼ਬਦ ਭੰਡਾਰ। ਗੁਰਮੁਖੀ ਬਾਰੇ ਸੰਖੇਪ ਜਾਣਕਾਰੀ ਲਈ, ਸ਼ਬਦ ਜੋੜਾਂ ਦੀਆਂ ਆਮ ਗਲਤੀਆਂ ਦੇ ਉੱਤੇ ਚਰਚਾ ਕੀਤੀ, ਉਚਾਰਨ ਦੀਆਂ ਆਮ ਅਣਗਹਿਲੀਆਂ ਦੇਖੀਆਂ, ਲਹਿੰਦੇ ਪੰਜਾਬ ਦੀ ਪੰਜਾਬੀ ਦੇ ਪ੍ਰਮੁੱਖ ਸ਼ਬਦ ਸਿੱਖੇ। ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਲੈਸਨ ਨੂੰ ਵਾਰ ਇਸ ਪਾਠ ਨੂੰ ਸੁਣੋਗੇ, ਸਮਝੋਗੇ ਅਤੇ ਆਪਣੇ ਸਾਥੀਆਂ ਨਾਲ ਸ਼ੇਅਰ ਕਰੋਗੇ। ਅੱਜ ਇੰਨਾ ਹੀ, ਅਤੇ ਜਲਦ ਫੇਰ ਮਿਲਦੇ ਹਾਂ। ਸ਼ੁਕਰੀਆ।